ਕੈਨੇਡਾ ਵੀ ਇੱਕ ਜਿਹੜਾ ਹਿਊਮਨ ਟ੍ਰਾਇਲ ਹੈਗਾ ਵੈਕਸੀਨ ਦਾ ਉਹਦੇ ਸ਼ਾਮਿਲ ਹੋਣ ਜਾ ਰਿਹਾ। ਜਿਹੜੀ ਚਾਈਨਾ ਦੀ ਬੀਜਿੰਗ ਦੀ ਜਿਹੜੀ ਬਹੁਤ ਵੱਡੀ ਕੰਪਨੀ ਸੀ ਕੈਨਸਾਈਨੋ ਬਾਇਓਟੈਕ, ਉਹਨਾਂ ਨੇ ਪਹਿਲੋਂ ਬਾਂਦਰਾਂ ਦੇ ਉੱਤੇ ਇਹ ਰਿਸਰਚ ਕਰ ਚੁੱਕੇ ਆ ਮਾਰਚ ਦੇ ਵਿੱਚ, ਜਿਹਦੇ ਵੈਕਸੀਨ ਦੇ ਨਾਲ ਬਾਂਦਰਾਂ ਦੇ ਵਿੱਚ ਐਂਟੀਬਾਡੀਜ਼ ਬਹੁਤ ਅੱਛੀ ਬਣਦੀ ਆ। ਉਹ ਫਿਰ ਸਾਡਾ ਨੈਸ਼ਨਲ ਰਿਸਰਚ ਕਾਉਂਸਲ ਆ ਜਿਹੜਾ ਕੈਨੇਡਾ ਦਾ, ਉਹਦੇ ਨਾਲ ਸੰਪਰਕ ਕਰ ਰਿਹਾ ਔਰ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਗ੍ਰੀਨ ਲਾਈਟ ਦਿੱਤੀ ਆ ਵੀ ਅਸੀਂ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ। ਸੋ ਕਲੀਨਿਕਲ ਟ੍ਰਾਇਲਸ ਜਿਹੜੇ ਹਿਊਮਨ ਦੇ ਆ ਉਹ ਹੈਲੀਫੈਕਸ ਤੇ ਮੌਂਟਰੀਅਲ 'ਚ ਪਹਿਲੋਂ ਹੋਣਗੇ, ਫਿਰ ਉਹਨੂੰ ਵਧਾਏ ਜਾਣਗੇ। ਇਹਦਾ ਇਹ ਮਨੋਰਥ ਮੈਨੂੰ ਇਦਾਂ ਲੱਗ ਰਿਹਾ ਜਸਕਰਨ ਜੀ ਵੀ ਕਿਤੇ ਨਾ ਕਿਤੇ ਕੈਨੇਡਾ ਚਾਹੁੰਦਾ ਵੀ ਉਹਦੇ 37 ਮਿਲੀਅਨ ਲੋਕਾਂ ਵਾਸਤੇ ਉਹ ਆਪ ਦੀ ਹੀ ਕੰਪਨੀ ਜਿਹੜੀ ਹੈਗੀ ਆ ਉਸ ਤੋਂ ਵੈਕਸੀਨ ਬਣਾਏ। ਹੁਣ ਸਾਡੀ ਜਿਹੜੀ ਨੈਸ਼ਨਲ ਰਿਸਰਚ ਕਾਉਂਸਲ ਆ ਤੇ ਕੈਨਸਾਈਨੋ ਜਿਹੜੀ ਬਾਇਓਟੈਕ ਕੰਪਨੀ ਆ ਬੀਜਿੰਗ ਦੀ, ਉਹ ਪਿਛਲੇ 7 ਵਰ੍ਹਿਆਂ ਤੋਂ ਕੰਮ ਕਰ ਰਹੇ ਆ। ਉਹਨਾਂ ਨੇ ਈਬੋਲਾ 'ਚ ਵੀ ਕੰਮ ਕੀਤਾ। ਆਲਰੇਡੀ ਉਹਨਾਂ ਕੋਲ ਬਹੁਤ ਸਾਰੇ ਡੇਟਾ ਹੈਗੇ ਆ, ਉਹਨਾਂ ਕੋਲ ਬੁੱਧੀਜੀਵ ਹੈਗੇ ਆ, ਔਰ ਇਹ ਵੀ ਜਿਹੜਾ NRC ਨੇ ਉਹਨਾਂ ਨੂੰ ਭੇਜਿਆ ਸੀ ਵੀ ਕਿੱਦਾਂ ਵੈਕਸੀਨ ਬਣਾਉਣੀ ਆ। ਸੋ ਕਿਤੇ ਨਾ ਕਿਤੇ ਇੱਕ ਗ੍ਰੀਨ ਲਾਈਟ ਲੱਗ ਰਹੀ ਹੈ ਸਾਨੂੰ। ਤੇ ਉਹ ਇੱਕ ਹੋਰ ਵਾਇਰਸ ਹੁੰਦਾ ਜਸਕਰਨ ਜੀ, ਉਹਨੂੰ ਕਹਿੰਦੇ ਐਡੀਨੋ ਵਾਇਰਸ। ਉਹਦੇ ਕਰਕੇ ਵੀ ਸਰਦੀ ਜ਼ੁਕਾਮ ਵਗੈਰਾ ਹੁੰਦਾ, ਉਹਦਾ ਕੋਡ ਲੈ ਕੇ ਕੋਸ਼ਿਸ਼ ਕਰ ਰਹੇ ਆ ਵੀ ਉਹਦੇ ਥਰੂ ਅਸੀਂ ਇਹ ਵੈਕਸੀਨ ਬਣਾਈਏ। ਹਰ ਇੱਕ ਜਿਹੜਾ ਬਾਇਓਟੈਕ ਇੰਡਸਟਰੀ ਵਾਲਾ ਉਹ ਆਪਣਾ ਆਪਣਾ ਤਜਰਬਾ ਕਰ ਰਿਹਾ। ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਹਨਾਂ ਤੋਂ ਪੁੱਛਦੇ ਹਾਂ ਕਿ ਇਸ ਵੇਲੇ ਕੀ ਪੋਜੀਸ਼ਨ ਆ, ਅਸੀਂ ਕਿੱਥੇ ਖੜੇ ਆ, ਕੀ ਇਹਦੀ ਅਪਡੇਟ ਆ ਔਰ ਕਿਸ ਤਰ੍ਹਾਂ ਅਸੀਂ ਇਹਦੇ ਬਾਰੇ ਸੋਚ ਸਕਦੇ ਹਾਂ। ਸੋ ਦੋਸਤੋ, ਬਹੁਤ ਸਾਰੀਆਂ ਗੱਲਬਾਤਾਂ ਤੁਹਾਡੇ ਨਾਲ ਕੀਤੀਆਂ ਇਹਦੀ ਓਪਨਿੰਗ ਬਾਰੇ, ਇਹਦੇ ਮਸਲਿਆਂ ਬਾਰੇ ਜਿਹੜੇ ਤੁਹਾਡੇ ਨਾਲ COVID-19 ਦੇ। ਸੋ ਬੜੀ ਸਪਸ਼ਟ ਜਿਹੜੀ ਸਥਿਤੀ ਹੈ ਇਸ ਵੇਲੇ ਸਾਡੇ ਸਾਹਮਣੇ ਆ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਆ ਓਪਨਿੰਗ ਦੁਬਾਰਾ ਹੋ ਰਹੀ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਰੋਜ਼ਾਨਾ ਜੁੜਦੇ ਨੇ, ਸਾਨੂੰ ਬਹੁਤ ਸਾਰੀਆਂ ਅਪਡੇਟਸ ਦਿੰਦੇ ਨੇ, ਉਹਨਾਂ ਦੀ ਮੈਡੀਕਲ ਦੇ ਫੀਲਡ ਦੀਆਂ ਹੋਰ ਅਪਡੇਟਸ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵੀ ਨਵਾਂ ਕੇਸ ਨਹੀਂ ਆਇਆ। ਇਹਦਾ ਮਤਲਬ ਇਹ ਆ ਵੀ ਜਿਹੜੇ ਲੋਕੀ ਬ੍ਰਿਟਿਸ਼ ਕੋਲੰਬੀਆ ਦੇ 5.1 ਮਿਲੀਅਨ ਕਮਿਊਨਿਟੀ 'ਚ ਰਹਿ ਰਹੇ ਆ, ਉਹ 'ਚ ਵਾਇਰਸ ਜ਼ੀਰੋ ਆ। ਇਹ ਵਾਇਰਸ ਸਿਰਫ ਹੁਣ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਹੈਗਾ। 6000 ਬ੍ਰਿਟਿਸ਼ ਕੋਲੰਬੀਆ 'ਚ ਬੈਡਸ ਹੈਗੇ ਆ, ਉਹਦੇ 'ਚ ਕਹੀਏ ਤੇ ਸਿਰਫ 66 ਜਿਹੜੇ ਹੈਗੇ ਆ ਹਸਪੀਟਲ 'ਚ ਇਲਾਜ 'ਚ, ਤੇ 16 ICU 'ਚ। ਔਰ ਜਿਹੜੇ ਰਿਕਵਰ ਕਰ ਰਹੇ ਆ ਉਹ ਵੀ ਉਹਨਾਂ ਦੀ ਹਾਲਤ ਠੀਕ ਹੈਗੀ ਆ। ਅਸੀਂ ਕਾਫੀ ਲੋ ਹੈਗੇ ਆ। 130 ਦਾ ਜਿਹੜਾ ਨੰਬਰ ਹੈਗਾ ਸਾਡਾ, ਅਗਰ ਆਪਾਂ ਦੇਖੀਏ 5 ਮਿਲੀਅਨ ਦੇ ਜੂਰਿਸਡਿਕਸ਼ਨ 'ਚ ਕੋਈ ਵੀ ਜਗ੍ਹਾ ਨਾਰਥ ਅਮਰੀਕਾ ਜਾਂ ਯੂਰਪ ਲਈਏ, ਸਾਡਾ ਡੈਥ ਰੇਟ ਸਾਰਿਆਂ ਤੋਂ ਲੋ ਹੈਗਾ। ਸਾਰਿਆਂ ਤੋਂ ਜ਼ਿਆਦਾ ਟਰਬਲ ਫਿਰ ਕਿਊਬੈਕ 'ਚ ਦੇਖ ਰਹੀ ਹੈ, ਥੋੜੀ ਓਨਟਾਰੀਓ 'ਚ ਦਿਖ ਰਹੀ ਹੈ, ਹਾਲਾਂਕਿ ਓਨਟਾਰੀਓ 'ਚ ਕੇਸਿਸ ਥੋੜੇ ਘਟੇ ਨੇ। ਹੁਣ 21 ਮਈ ਨੂੰ ਜਿਹੜੀ ਸਾਡੀ ਅਮਰੀਕਾ ਕੈਨੇਡਾ ਦੀ ਜਿਹੜੀ ਬਾਰਡਰ ਦੀ ਐਗਰੀਮੈਂਟ ਸੀ, ਉਹਦੀ ਐਕਸਪਾਇਰੀ ਡੇਟ ਆ ਰਹੀ ਆ। ਤੇ ਅੱਜ ਡਾਕਟਰ ਬੌਨੀ ਹੈਨਰੀ ਤੇ ਮਾਨਯੋਗ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਵੀ ਕਿਹਾ ਵੀ ਉਹ ਆਟਵਾ ਨੂੰ ਕਹਿਣਗੇ ਔਰ ਇਹਨੂੰ ਕਹਿਣਗੇ ਵੀ ਅਜੇ ਇਹ ਖੋਲਿਆ ਨਾ ਜਾਵੇ, ਕਿਉਂਕਿ ਤੁਹਾਨੂੰ ਯਾਦ ਹੋਣਾ ਵੀ ਅਗਰ ਓਨਟਾਰੀਓ ਔਰ ਕਿਊਬੈਕ ਦੇ ਵਿੱਚ ਪਹਿਲੇ 1000 ਕੇਸਿਸ ਜਿਹੜੇ ਕੋਵਿਡ ਪੋਜ਼ਿਟਿਵ ਆਏ ਸੀ, ਉਹ ਅਮਰੀਕਾ ਤੋਂ ਆਏ ਸੀ 40%। ਸੋ ਅਮਰੀਕਾ ਅਜੇ ਸਥਿਤੀ ਇੰਨੀ ਕੰਟਰੋਲ 'ਚ ਨਹੀਂ ਹੈਗੀ। ਅਸੀਂ ਨਹੀਂ ਚਾਹੁੰਦੇ ਵੀ ਉੱਥੋਂ ਦੁਬਾਰਾ ਇੱਥੇ ਆਏ ਜਾਂ ਸਾਡੇ ਨਾਗਰਿਕ ਉੱਥੇ ਜਾ ਕੇ ਇਨਫੈਕਟ ਹੋਣ। ਐਡਰੀਅਨ ਡਿਕ ਸਾਹਿਬ ਨੇ ਕਿਹਾ ਵੀ ਹਾਂ, ਕੁਝ ਫੈਮਿਲੀ ਮੈਂਬਰ ਜਿਹੜੇ ਟਰੈਪ ਹੈਗੇ, ਜਿੱਦਾਂ ਹੁਣ ਇੰਡੀਆ ਤੋਂ ਆਉਂਦੇ ਆ, ਹੋਰ ਕੰਟਰੀਜ਼ ਤੋਂ ਆਉਂਦੇ ਆ, ਇੱਦਾਂ ਉਹਨਾਂ ਦੇ ਲਈ ਪ੍ਰੋਵੀਜ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਲੇਕਿਨ ਜਿਹੜਾ ਇਹ ਬਾਰਡਰ ਖੁੱਲ ਜਾਣਾ ਸੀ, ਜਿਹਦੀ ਐਕਸਪਾਇਰੀ ਡੇਟ ਸੀ 21 ਮਈ ਦੀ, ਉਹ ਮੇਰੇ ਖਿਆਲ ਨਾਲ ਟਾਲ ਦਿੱਤੀ ਜਾਏਗੀ ਜਦ ਤੱਕ ਅਮਰੀਕਾ 'ਚ ਠੰਡ ਥੜਵਾਨ ਨਹੀਂ ਪੈਂਦੀ। ਦੂਜੀ ਜਿਹੜੀ ਕੈਨੇਡਾ 'ਚ ਇੱਕ ਅੱਛੀ ਗੱਲ ਹੈਗੀ ਹੈ ਵੀ ਹੁਣ ਕੈਨੇਡਾ ਵੀ ਇੱਕ ਜਿਹੜਾ ਹਿਊਮਨ ਟ੍ਰਾਇਲ ਹੈਗਾ ਵੈਕਸੀਨ ਦਾ, ਉਹਦੇ ਸ਼ਾਮਿਲ ਹੋਣ ਜਾ ਰਿਹਾ। ਜਿਹੜੀ ਚਾਈਨਾ ਦੀ ਬੀਜਿੰਗ ਦੀ ਜਿਹੜੀ ਬਹੁਤ ਵੱਡੀ ਕੰਪਨੀ ਸੀ ਕੈਨਸਾਈਨੋ ਬਾਇਓਟੈਕ, ਉਹਨਾਂ ਨੇ ਪਹਿਲੋਂ ਬਾਂਦਰਾਂ ਦੇ ਉੱਤੇ ਇਹ ਰਿਸਰਚ ਕਰ ਚੁੱਕੇ ਆ ਮਾਰਚ ਦੇ ਵਿੱਚ, ਜਿਹਦੇ ਵਿੱਚ ਵੈਕਸੀਨ ਦੇ ਨਾਲ ਬਾਂਦਰਾਂ ਦੇ ਵਿੱਚ ਐਂਟੀਬਾਡੀਜ਼ ਬਹੁਤ ਅੱਛੀ ਬਣਦੀ ਆ। ਉਹ ਫਿਰ ਸਾਡਾ ਨੈਸ਼ਨਲ ਰਿਸਰਚ ਕਾਉਂਸਲ ਆ ਜਿਹੜਾ ਕੈਨੇਡਾ ਦਾ, ਉਹਦੇ ਨਾਲ ਸੰਪਰਕ ਕਰ ਰਿਹਾ ਔਰ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਗ੍ਰੀਨ ਲਾਈਟ ਦਿੱਤੀ ਆ ਵੀ ਅਸੀਂ ਇਹਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ। ਸੋ ਕਲੀਨਿਕਲ ਟ੍ਰਾਇਲਸ ਜਿਹੜੇ ਹਿਊਮਨ ਦੇ ਆ ਉਹ ਹੈਲੀਫੈਕਸ ਤੇ ਮੌਂਟਰੀਅਲ 'ਚ ਪਹਿਲੋਂ ਹੋਣਗੇ, ਫਿਰ ਉਹਨੂੰ ਵਧਾਏ ਜਾਣਗੇ। ਇਹਦਾ ਇਹ ਮਨੋਰਥ ਮੈਨੂੰ ਇਦਾਂ ਲੱਗ ਰਿਹਾ ਜਸਕਰਨ ਜੀ ਵੀ ਕਿਤੇ ਨਾ ਕਿਤੇ ਕੈਨੇਡਾ ਚਾਹੁੰਦਾ ਵੀ ਉਹਦੇ 37 ਮਿਲੀਅਨ ਲੋਕਾਂ ਵਾਸਤੇ ਉਹ ਆਪ ਦੀ ਹੀ ਕੰਪਨੀ ਜਿਹੜੀ ਹੈਗੀ ਆ
ਉਸ ਤੋਂ ਵੈਕਸੀਨ ਬਣਾਏ। ਹੁਣ ਸਾਡੀ ਜਿਹੜੀ ਨੈਸ਼ਨਲ ਰਿਸਰਚ ਕਾਉਂਸਲ ਆ ਤੇ ਕੈਨਸਾਈਨੋ ਜਿਹੜੀ ਬਾਇਓਟੈਕ ਕੰਪਨੀ ਆ ਬੀਜਿੰਗ ਦੀ, ਉਹ ਪਿਛਲੇ 7 ਵਰ੍ਹਿਆਂ ਤੋਂ ਕੰਮ ਕਰ ਰਹੇ ਆ। ਉਹਨਾਂ ਨੇ ਈਬੋਲਾ 'ਚ ਵੀ ਕੰਮ ਕੀਤਾ। ਆਲਰੇਡੀ ਉਹਨਾਂ ਕੋਲ ਬਹੁਤ ਸਾਰੇ ਡੇਟਾ ਹੈਗੇ ਆ, ਉਹਨਾਂ ਕੋਲ ਬੁੱਧੀਜੀਵ ਹੈਗੇ ਆ, ਔਰ ਇਹ ਵੀ ਜਿਹੜਾ NRC ਨੇ ਹੀ ਉਹਨਾਂ ਨੂੰ ਭੇਜਿਆ ਸੀ ਵੀ ਕਿੱਦਾਂ ਵੈਕਸੀਨ ਬਣਾਉਣੀ ਆ। ਸੋ ਕਿਤੇ ਨਾ ਕਿਤੇ ਇੱਕ ਗ੍ਰੀਨ ਲਾਈਟ ਲੱਗ ਰਹੀ ਹੈ ਸਾਨੂੰ। ਦੂਜੀ, ਇਸ ਵੇਲੇ ਕਰੀਬਨ 6 ਟਰਾਇਲਸ ਚੱਲ ਰਹੀਆਂ ਵੈਕਸੀਨ ਦੀਆਂ। ਜਿਹੜੀ ਮੋਡਰਨਾ ਹੈਗੀ ਹੈ ਮੈਸਾਚੂਸੇਟਸ 'ਚ, ਉਹ ਮੈਸੇਂਜਰ RNA ਜਿਹੜਾ ਮੈਸੇਜ ਦਿੰਦਾ ਵਾਇਰਸ ਦਾ ਪਾਰਟੀਕਲ mRNA 1273 ਕਰਕੇ ਉਹਦਾ ਨੰਬਰ ਹੈ, ਜਿਹੜੀ ਮੋਡਰਨਾ ਕੰਪਨੀ ਮੈਸਾਚੂਸੇਟਸ 'ਚ ਕਰ ਰਹੀ ਆ। ਜਿਹੜੀ ਫਾਈਜ਼ਰ ਆ ਉਹ ਜਰਮਨੀ ਦੇ ਨਾਲ ਹੁਣ ਰਲ ਗਈ ਆ। ਹੁਣ ਜਿਹੜੀ ਆਕਸਫੋਰਡ ਯੂਨੀਵਰਸਿਟੀ ਦੀ ਅਸੀਂ ਗੱਲ ਕੀਤੀ ਸੀ, ਬਹੁਤ ਵੱਡੀ ਟਰਾਇਲ ਚੱਲ ਰਹੀ ਆ, ਉਹ ਸੀਰਮ ਇੰਸਟੀਚਿਊਟ ਆਫ ਇੰਡੀਆ ਪੂਨੇ ਦੇ ਨਾਲ ਤੇ ਭਾਰਤ ਬਾਇਓਟੈਕ ਦੇ ਨਾਲ ਰਲੇ ਹੋਏ ਆ। ਤੇ ਉਹ ਇੱਕ ਹੋਰ ਵਾਇਰਸ ਹੁੰਦਾ ਜਸਕਰਨ ਜੀ, ਉਹਨੂੰ ਕਹਿੰਦੇ ਐਡੀਨੋ ਵਾਇਰਸ। ਉਹਦੇ ਕਰਕੇ ਵੀ ਸਰਦੀ ਜ਼ੁਕਾਮ ਵਗੈਰਾ ਹੁੰਦਾ। ਉਹਦਾ ਕੋਡ ਲੈ ਕੇ ਕੋਸ਼ਿਸ਼ ਕਰ ਰਹੇ ਆ ਵੀ ਉਹਦੇ ਥਰੂ ਅਸੀਂ ਇਹ ਵੈਕਸੀਨ ਬਣਾਈਏ। ਹਰ ਇੱਕ ਜਿਹੜਾ ਬਾਇਓਟੈਕ ਇੰਡਸਟਰੀ ਵਾਲਾ ਉਹ ਆਪਣਾ ਆਪਣਾ ਤਜਰਬਾ ਕਰ ਰਿਹਾ। ਇੱਕ ਕਿਸਮ ਦੀ ਜਿੱਦਾਂ ਨਾ ਮੈਨੂੰ ਲੱਗਦਾ ਇੱਕ ਰੇਸ ਲੱਗੀ ਹੋਈ ਆ। ਜਿੱਦਾਂ ਨਹੀਂ ਆਪਾਂ ਮੈਰਾਥਨ ਰੇਸ 'ਚ ਜਿਹੜਾ ਦੌੜਨ ਵਾਲਾ ਹੁੰਦਾ ਉਹਦੀ ਆਪਣਾ ਟਰੈਕ ਹੁੰਦਾ ਵੀ ਉਹ ਕ੍ਰਾਸ ਨਹੀਂ ਕਰਨਾ ਉਹਨੇ, ਠੀਕ ਆ, ਕੋਈ ਨਾ ਕੋਈ ਤੇ ਜਿੱਤੂਗਾ, ਕੋਈ ਨਾ ਕੋਈ ਤੇ ਰੇਸ 'ਚ ਮਤਲਬ ਸਾਨੂੰ ਇਨਫੋਰਮੇਸ਼ਨ ਲੈ ਕੇ ਆਊਗਾ। ਹਮੇਸ਼ਾ ਜਿਹੜੀ ਇਹਦੀ ਨਾ ਸੇਫਟੀ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਹੁੰਦੀ ਆ ਵੀ ਅਸੀਂ ਕਿਸੇ ਦਾ ਭਲਾ ਕਰਦੇ ਕੋਈ ਨੁਕਸਾਨ ਨਾ ਕਰੀਏ। ਸੋ ਅਜੇ ਵੀ ਹੌਸਲਾ ਰੱਖਣਾ ਪੈਣਾ। 12 ਤੋਂ 18 ਮਹੀਨੇ ਲੱਗਦੇ ਆ, ਲੇਕਿਨ ਕਿਉਂਕਿ ਇਹ ਬਹੁਤ ਵੱਡੀ ਪੱਧਰ 'ਚ ਟਰਾਇਲਾਂ ਚੱਲ ਰਹੀਆਂ, 100 ਤੋਂ ਜ਼ਿਆਦਾ ਟਰਾਇਲਾਂ ਚੱਲ ਰਹੀਆਂ, ਜਿਹਦੇ ਵਿੱਚ 5 ਤੇ ਆਲਰੇਡੀ ਹੁਣ ਹਿਊਮਨ ਟਰਾਇਲ 'ਚ ਆ ਚੁੱਕੀਆਂ। ਦੂਜੀ ਗੱਲ ਹੈਗੀ ਆ ਵੀ ਜਿਹੜੇ ਅਰਥ ਸ਼ਾਸਤਰੀ ਹੈਗੇ ਕੈਨੇਡਾ ਦੇ, ਜਿਹੜੇ ਬੁੱਧੀਜੀਵ ਹੈਗੇ ਆ, ਉਹ ਈਵਨ ਪਾਰਲੀਮੈਂਟਰੀ ਸੈਕਟਰੀ ਨੇ ਅੱਜ ਹੁਣੇ ਬਿਆਨ ਦਿੱਤਾ ਵੀ ਪਹਿਲੋਂ ਸੋਚਦੇ ਸੀ $252 ਬਿਲੀਅਨ ਦਾ ਡੈਫਿਸਿਟ ਹੋਊਗਾ, ਹੋ ਸਕਦਾ ਹੁਣ 900 ਬਿਲੀਅਨ ਜਾਂ 1 ਟ੍ਰਿਲੀਅਨ ਦੇ ਲਾਗੇ ਹੋਏਗਾ। ਅਗਰ ਏਦਾਂ ਹੁੰਦਾ ਤੇ ਹਰ ਕੈਨੇਡੀਅਨ ਦੇ ਸਿਰ ਤੇ $24,000 ਜਿਹੜਾ ਕਹਿ ਲਓ ਵੀ ਕਰਜ਼ਾ। ਲੇਕਿਨ ਫਿਰ ਵੀ ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀਂ ਆ, ਲੇਕਿਨ ਸਿਹਤ ਨੂੰ ਬਰਕਰਾਰ ਰੱਖਣਾ, ਇਨਵੈਸਟ ਕਰਨਾ ਤਾਂ ਕਿ ਅਸੀਂ ਦਵਾਈ ਜਾਂ ਵੈਕਸੀਨ ਦੇ ਉੱਤੇ ਜ਼ਿਆਦਾ ਜਾਈਏ। ਡਾਕਟਰ ਬੌਨੀ ਹੈਨਰੀ ਨੇ ਇੱਕ ਸਵਾਲ ਪੁੱਛਿਆ ਗਿਆ ਅੱਜ ਵੀ ਕਿਸ ਕਰਨ ਦੇ ਨਾਲ ਇਹ ਵਾਇਰਸ ਫੈਲਦਾ, ਤੇ ਉਹਨਾਂ ਨੇ ਇਹ ਆਖਿਆ ਵੀ ਦੇਖੋ, ਨਵੇਂ ਰਿਸ਼ਤੇ, ਨਵੇਂ ਰਿਲੇਸ਼ਨਸ਼ਿਪ, ਨਵੀਂ ਡੇਟਿੰਗ ਕਰਨ ਦਾ ਸਮਾਂ ਨਹੀਂ ਹੈਗਾ, ਸਭੇ ਰਹਿਣ ਦਾ ਸਮਾਂ ਹੈਗਾ। ਹਾਂ, ਅਗਰ ਕਿਸੇ ਨੂੰ COVID-19 ਹੈਗਾ, ਉਹਦੇ ਸਲਾਈਵਾ, ਉਹਦੇ ਥੁੱਕ ਤੋਂ ਜਾ ਸਕਦਾ ਦੂਜੇ ਨੂੰ। ਔਰ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਬਹੁਤ ਇੰਪੋਰਟੈਂਟ ਹੈ, ਤਾਂ ਕਿ ਅਸੀਂ ਪਿਛਲੇ ਵੀਕਐਂਡ 'ਚ ਦੇਖਿਆ ਬੀਚਿਸ 'ਚ ਬਹੁਤ ਜ਼ਿਆਦਾ ਕਰਾਊਡ ਸੀ। ਲੋਕੀ ਕਈ ਬਹੁਤ ਸਾਰੇ ਮੰਨਦੇ, ਕਈ ਨਹੀਂ ਮੰਨਦੇ, ਲੇਕਿਨ ਤੁਹਾਨੂੰ ਐਜੂਕੇਸ਼ਨ ਹੋਣੀ ਚਾਹੀਦੀ ਆ ਤਾਂ ਕਿ ਤੁਸੀਂ ਅਨਨੈਸੈਸਰਲੀ ਇਹਦੇ ਵਿੱਚ ਆਪਣਾ ਇਨਫੈਕਸ਼ਨ ਨਾ ਲੈ ਕੇ ਆਓ। ਡਾਕਟਰ ਸਾਹਿਬ, ਜਿਹੜਾ ਖਾਣਾ ਕਈ ਥਾਵਾਂ ਦੇ ਤੋਂ ਰੈਸਟੋਰੈਂਟਸ ਤੋਂ ਲੋਕ ਮੰਗਵਾਉਂਦੇ ਆ, ਉਹਦੇ ਵਿੱਚ ਕੋਈ ਰਿਸਕ ਹੁੰਦਾ? ਮੰਨ ਲਓ ਜਿਹੜਾ ਖਾਸ ਕਰ ਕੁੱਕਡ ਆ, ਵੀ ਤੁਸੀਂ ਕਿਤੇ ਛੋਲੇ ਭਟੂਰੇ ਖਾਣੇ ਆ, ਤੁਸੀਂ ਕਿਤੇ ਸਮੋਸੇ ਖਾਣੇ ਆ, ਉਹਦੇ ਤੋਂ ਰਿਸਕ ਹੈਗਾ ਫੈਲਣ ਦਾ ਜੀ? ਦੇਖੋ ਬਈ, ਪਹਿਲੀ ਗੱਲ ਤੇ ਹਾਸੇ ਵਾਲੀ ਗੱਲ ਹੈ, ਜਿਹੜਾ ਕੋਈ ਆਰਡਰ ਕਰੂਗਾ ਮੇਰੇ ਲਈ ਵੀ ਆਰਡਰ ਕਰ ਲਿਓ, ਮੈਂ ਵੀ ਨਾਲ ਬਹਿ ਕੇ ਖਾਓ। ਨਹੀਂ, ਬਿਲਕੁਲ ਰਿਸਕ ਨਹੀਂ ਹੈ ਜਸਕਰਨ ਜੀ। ਈਵਨ ਜਿਹੜਾ ਪ੍ਰੋਸੈਸਿੰਗ ਪਲਾਂਟ ਜਿਹੜੇ ਚਿਕਨ ਦੇ ਵਿੱਚ ਸੀ ਜਾਂ ਬੀਫ ਜਾਂ ਮੀਟ ਪ੍ਰੋਸੈਸਿੰਗ, ਉਹਦੇ 'ਚ ਕੋਵਿਡ ਆਇਆ, ਉਹ ਵੀ ਸੇਫ ਜਿਹੜਾ ਹੈਗਾ ਉਹਨੂੰ ਇਖਤਿਆਰ ਦਿੱਤਾ। ਕਿਉਂਕਿ ਜਦੋਂ ਅਸੀਂ ਇਹਨੂੰ ਕੁੱਕ ਕਰਦੇ ਹਾਂ ਜਿੱਦਾਂ ਵੀ ਤਰੀਕੇ ਦੇ ਨਾਲ, ਜਾਂ ਤਰੀ ਵਾਲਾ ਬਣਾ ਲਓ ਜਾਂ ਬਾਰਬੀਕਿਊ ਗ੍ਰਿਲ ਕਰ ਲਓ, ਵੀ ਉਹਨੂੰ ਜਦੋਂ ਬਣਾਇਆ ਜਾਂਦਾ ਵਾਇਰਸ ਉਹਦੇ ਵਿੱਚ ਖਤਮ ਹੋ ਜਾਂਦਾ, ਉਹ ਇਨਫੈਕਸ਼ਨ ਕਰਨ ਦੇ ਸਮਰੱਥ ਨਹੀਂ ਰਹਿੰਦਾ। ਔਰ ਰੈਸਟੋਰੈਂਟਸ ਜਿਹੜੇ ਹੈਗੇ ਆ ਉਹ ਹਮੇਸ਼ਾ ਹੀ ਅੱਛੇ ਪ੍ਰੋਟੋਕਾਲ ਫੋਲੋ ਕਰ ਰਹੇ ਆ। ਅਸੀਂ ਵੀ ਇਸ ਦੌਰਾਨ ਟੇਸਟੀ ਸਵੀਟ ਜਾਂ ਜਿਹੜਾ ਕੈਕਟਸ ਕਲੱਬ ਜਾਂ ਹੋਰ ਜਿਹੜੇ ਟੇਕ ਆਊਟਸ ਜਿਹੜੇ ਸਿਲੈਕਟ ਕਰਦੇ ਆ, ਜਾਂ ਬਿਯੋਂਡ ਬੀਫ 버ਗਰ ਜਿਹੜਾ A&W 'ਚ ਵੈਜੀਟੇਰੀਅਨ 버ਗਰ ਬਹੁਤ ਸੋਹਣਾ ਹੁੰਦਾ, ਉਹ ਬਹੁਤ ਮੈਂ ਦੇਖਿਆ ਸਾਫ਼ ਸਫਾਈ ਅੱਗੇ ਨਾਲੋਂ ਉਹਨਾਂ ਦੀ ਚੰਗੀ ਆ। ਗਲਵਸ ਪਾਉਂਦੇ ਆ, ਉਹਨਾਂ ਨੇ ਮਾਸਕ ਲਾਏ ਆ। ਔਰ ਜਿਹੜੇ ਮੈਂ ਇੱਕ ਵਾਰੀ ਪਿਕਅਪ ਕਰਨ ਗਿਆ ਤਾਂ ਉਹ 6 ਫੁੱਟ ਦਾ ਦਾਇਰਾ ਵੀ ਰੱਖਦੇ ਆ, ਬਾਹਰ ਉਹਨਾਂ ਨੇ ਟੇਬਲ ਲਾਏ ਹੋਏ ਆ। ਸੋ ਬਿਲਕੁਲ ਸੇਫ ਹੈਗਾ। ਤੁਸੀਂ ਰੈਸਟੋਰੈਂਟ ਦਾ ਜਿਹੜਾ ਟੇਕ ਆਊਟ ਖਾਣਾ ਖਾ ਸਕਦੇ ਹੋ। ਮੈਨੂੰ ਲੱਗਦਾ ਵੀ ਕਈ ਰੈਸਟੋਰੈਂਟਸ ਨੂੰ ਅਗਲੇ ਮੰਡੇ ਤੋਂ ਥੋੜੀ ਬਹੁਤ ਛੂਟ ਮਿਲਣੀ ਆ, ਜਿਹੜੇ ਉਹਨਾਂ ਨੂੰ ਮਤਲਬ ਸੈਟੀਸਫਾਈ ਕਰ ਸਕਣ, ਜਿਹੜੀ ਸੇਫਟੀ ਪ੍ਰੋਟੋਕਾਲ ਉਹ ਮੀਟ ਕਰ ਰਹੇ, ਜਿਹੜੇ ਪਲੈਕਸੀ ਗਲਾਸ ਜਾਂ ਸ਼ਾਵਰ ਕਰਟਨ ਵੀ ਜਿੰਨਾ ਦੂਰੀ ਹੋਵੇ, 6 ਫੁੱਟ ਦਾ ਮਤਲਬ ਜਿਹੜਾ ਫਾਸਲਾ ਹੋਵੇ, ਹੈਂਡ ਸੈਨੀਟਾਈਜ਼ਰ ਹੋਵੇ, ਹੋਰ ਚੀਜ਼ਾਂ ਜਿਹੜੀਆਂ ਵੀ ਬੇਸਿਕਲੀ ਗੱਲ ਤੇ ਇਹ ਹੈਗੀ ਵੀ ਵਾਇਰਸ ਸਪਰੈਡ ਨਾ ਹੋਵੇ। ਹੁਣ ਅੱਛੀ ਗੱਲ BC 'ਚ ਇਹ ਹੈ ਵੀ ਕਮਿਊਨਿਟੀ 'ਚ ਨਹੀਂ ਹੈਗਾ ਕੋਈ ਵੀ ਕੇਸ। ਇਹਦਾ ਮਤਲਬ ਹੈਗਾ ਵੀ ਅਸੀਂ ਅਗਰ ਸਭ्य ਰਹੇ ਤੇ ਅਸੀਂ ਬਹੁਤ ਲੰਬੇ ਅਰਸੇ ਤੱਕ ਹੋ ਸਕਦਾ BC ਨੂੰ ਇਹ ਦੁਖਾਂਤ ਨਹੀਂ ਦੇਖਣਾ ਪਏ। ਕਿਉਂਕਿ ਅੱਜ ਲੈਬਨਾਨ ਦੇ ਵਿੱਚ 2-3 ਹਫ਼ਤੇ ਪਹਿਲਾਂ ਉਹਨਾਂ ਨੇ ਲਾਕਡਾਊਨ ਖੋਲੀ, ਅੱਜ ਫੇਰ ਉਹਦੀ ਗਵਰਨਮੈਂਟ
ਚਿੰਤਿਤ ਹੈਗੇ ਵੀ ਲੋਕਡਾਊਨ ਦੁਬਾਰਾ ਨਾ ਕਰਨਾ ਪਏ ਕਿਉਂਕਿ ਲੋਕਾਂ ਨੇ ਫੋਲੋ ਨਹੀਂ ਕੀਤੇ ਰੂਲ। ਸੇਮ ਪ੍ਰੋਬਲਮ ਜਰਮਨੀ 'ਚ ਆ ਰਹੀ ਹੈ, ਸੇਮ ਥੋੜੀ ਵੂਹਾਨ 'ਚ ਆ ਰਹੀ ਹੈ ਤੇ ਸਾਊਥ ਕੋਰੀਆ। ਹਾਲਾਂਕਿ ਸਾਊਥ ਕੋਰੀਆ ਤੁਹਾਨੂੰ ਪਤਾ ਵੀ ਉਹਨਾਂ ਨੇ ਬਹੁਤ ਛੇਤੀ ਕੰਟਰੋਲ ਕਰ ਜੀ, ਲਿਆ ਜੀ, ਸੀ, ਜੀ। ਲੇਕਿਨ ਉਹਨਾਂ ਨੇ ਜਿਹੜੇ ਨਾਈਟ ਕਲੱਬ ਔਰ ਪਬ ਖੋਲ੍ਹੇ ਸ਼ਾਇਦ ਉੱਥੋਂ ਦੀ ਵਾਇਰਸ ਜਿਹੜਾ ਸਪਰੈਡ ਹੋ ਰਿਹਾ। ਸੋ ਸਾਨੂੰ ਫੇਰ ਉਹਨਾਂ ਤੋਂ ਲਰਨ ਕਰਨਾ ਚਾਹੀਦਾ ਔਰ ਅਸੀਂ ਜਿਹੜੀ ਸਥਿਤੀ ਕੰਟਰੋਲ 'ਚ ਇਹਨੂੰ ਰੱਖੀ ਆ, ਅਸੀਂ ਡਾਵਾਂਡੋਲ ਨਾ ਹੋਣ ਦਈਏ। ਨਾਲੇ ਜੁਲਾਈ ਤੱਕ ਕੋਈ ਵੀ ਕਰੂਜ਼ ਸ਼ਿਪ ਇੱਥੇ ਡੌਕ ਨਹੀਂ ਹੋ ਸਕਦੀ, ਇਹ ਵੀ ਡਾਕਟਰ ਬੋਨੀ ਹੈਂਡਰਿਕ ਨੇ ਕਿਹਾ। ਸੋ ਕਰੂਜ਼ ਟਰੈਵਲਿੰਗ ਵੀ ਜਿਹੜੀ ਹੈਗੀ ਆ ਤਾਂ ਕਿ ਉਹ ਵਿਅਕਤੀ ਜਿਹੜੇ ਹੁਣ ਕਿੱਥੋਂ ਵੀ ਚੜ ਕੇ ਆ ਸਕਦੇ। ਕਈ ਵਾਰ ਸੀਐਟਲ ਤੋਂ ਵੈਂਕੂਵਰ ਟੂ ਅਲਾਸਕਾ ਟੂਰ ਹੁੰਦਾ, ਕਈ ਵਾਰ ਹੋਰ ਕੰਟਰੀਜ਼ ਤੋਂ ਹੁੰਦਾ। ਸੋ ਉਹ ਸਾਰਿਆਂ ਨੂੰ ਵੀ ਡੌਕ ਨਹੀਂ ਕੀਤਾ ਤਾਂ ਕਿ ਅਸੀਂ ਬਾਹਰੋਂ ਨਹੀਂ ਇੰਪੋਰਟ ਕਰਨਾ ਚਾਹੁੰਦੇ। ਨੂਨਾਵਟ ਦੇਖੋ ਜਿਹੜਾ ਸਾਡੀ ਟੈਰੀਟਰੀ ਉਹ 'ਚ ਕੋਈ ਕੇਸ ਨਹੀਂ ਹੈਗਾ ਕਿਉਂਕਿ ਉੱਥੇ ਕੋਈ ਨਾ ਜਾਂਦਾ ਨਾ ਕੋਈ ਉੱਥੋਂ ਆਉਂਦਾ। ਸੋ ਅਸੀਂ ਸਾਨੂੰ ਥੋੜਾ ਚਿਰ ਸੱਭਿਆ ਰਹਿਣਾ ਚਾਹੀਦਾ ਔਰ ਅਸੀਂ ਬਹੁਤ ਸੋਹਣੇ ਪ੍ਰੋਟੋਕਾਲ 'ਚ ਚੱਲ ਰਹੇ ਔਰ ਅਸੀਂ ਜਿੱਤ ਰਹੇ ਹਾਂ। ਜੀ ਡਾਕਟਰ ਸਾਹਿਬ, ਆਖਰ ਦੇ ਵਿੱਚ ਕੋਈ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਲਈ ਸੁਨੇਹਾ ਤੁਹਾਡਾ ਜੀ। ਦੇਖੋ ਮੈਂ ਇਹ ਕਰੂੰਗਾ ਵੀ ਹੁਣ ਬਹੁਤ ਅੱਛੇ ਦਿਨ ਸਾਡੇ ਸਾਹਮਣੇ ਨਜ਼ਰ ਆ ਰਹੇ ਆ। ਜਿਹੜਾ ਲਾਕਡਾਊਨ ਆ ਉਹਦੇ 'ਚ ਅਸੀਂ ਸਾਰਿਆਂ ਨੇ ਜੋ ਵੀ ਆ ਸਰੀਰਿਕ ਕਹਿ ਲਓ, ਮਾਨਸਿਕ ਕਹਿ ਲਓ, ਇਕਨੋਮਿਕ ਕਹਿ ਲਓ, ਲੇਕਿਨ ਹੁਣ ਜਿਹੜਾ ਪਿੱਛੇ ਹੋ ਗਿਆ ਸੋ ਹੋ ਗਿਆ। ਅੱਗੇ ਜਿਹੜਾ ਹੈਗਾ ਉਹ ਸਾਡਾ ਨਜ਼ਰ ਆ ਰਹੀ ਹੈ ਵੀ ਦ੍ਰਿਸ਼ ਸੋਹਣਾ ਹੈਗਾ। ਆਪਣੇ ਆਪ ਦੇ ਨਾਲ ਜੁੜੋ, ਐਕਸਰਸਾਈਜ਼ 1 ਘੰਟਾ ਜ਼ਰੂਰ ਕਰੋ, ਨੀਂਦ 7 ਘੰਟੇ ਰੱਖੋ, ਗੁਰਬਾਣੀ ਦੇ ਨਾਲ ਜੁੜੋ ਤਾਂ ਕਿ ਮਹਾਰਾਜ ਖੁਦ ਕਹਿੰਦੇ ਆ ਵੀ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਸੇਵਾ ਸਿਮਰਨ 'ਚ ਜੁੜੇ ਰਹੋ, ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਫਿਰ ਕੱਲ ਦਰਸ਼ਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਭੁਰ ਜੀ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਸਾਡੇ ਨਾਲ ਰੋਜ਼ਾਨਾ ਜੁੜਦੇ ਨੇ ਔਰ ਅਪਡੇਟ ਦਿੰਦੇ ਨੇ। ਅੱਜ ਵੀ ਉਹਨਾਂ ਨੇ ਬਹੁਤ ਵਧੀਆ ਗੱਲਾਂ ਸਾਨੂੰ ਦਸੀਆਂ ਔਰ ਇਸ ਵੇਲੇ ਪੂਰੀ ਜਿਹੜੀ ਹੈ ਸਥਿਤੀ ਤੁਹਾਡੇ ਨਾਲ ਸਾਂਝੀ ਕੀਤੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।